Hello students, next unit 2 kinematics. Kinematics units are first chapter करना ਆਪਾਂ first chapter is motion in a straight line. First ਇਹਦੇ ਵਿੱਚ ਆਪਾਂ definition ਕਰਨੀ ਆ kinematics ਦੀ. what is kinematics? kinematics ਕੀ ਆ ਆਪਣੇ ਕੋਲ कि it is a study of motion of the object without taking into account the factor which cause the motion. means ਆਪਾਂ ਕਿਸੇ object ਦੀ motion ਬਾਰੇ study ਕਰਨੀ ਆ ਬਿਨਾਂ ਕੰਸੀਡਰ ਕੀਤੇ ਕਿ ਉਹਦੇ motion ਦੇ cause ਕੀ ਆ. ਸਪੋਜ਼ ਕਰ ਲਓ ਕਿ ਤੁਸੀਂ ਇੱਕ ਬਾਈਕ ਦੇ ਉੱਪਰ ਮੂਵ ਕਰਦੇ ਪਏ ਹੋ ਤਾਂ ਬਾਈਕ ਸਪੋਜ਼ ਕਰ ਲਓ ਐਟ ਟਾਈਮ t0 ਤੇ ਪੋਜੀਸ਼ਨ ਹੈਗੀ ਬਾਈਕ ਦੀ x0, ਐਟ ਟਾਈਮ t ਤੇ ਹੈਗੀ x. ਮੀਨਸ ਜਿੱਦਾਂ ਹੀ ਟਾਈਮ ਇਨਕਰੀਜ਼ ਕਰਦਾ ਵਾ ਤਾਂ ਬਾਈਕ ਦੀ ਜਿਹੜੀ ਹੈਗੀ ਆ ਟਾਈਮ ਇਨਕਰੀਜ਼ ਕਰਨ ਦੇ ਨਾਲ ਉਹਦੀ ਸਪੀਡ ਦੇ ਉੱਤੇ ਦੀ ਵੈਲੋਸਿਟੀ ਦੇ ਉੱਪਰ ਕੀ ਇਫੈਕਟ ਪੈਂਦਾ ਤਾਂ ਆਪਾਂ ਉਹਦੀ ਮੋਸ਼ਨ ਦੀ ਸਟੱਡੀ ਕਰਦੇ ਹਾਂ ਵਿਦ ਜਿੱਦਾਂ ਹੀ ਟਾਈਮ ਚੇਂਜ ਹੁੰਦਾ ਵਾ ਉਹਦੇ ਮੋਸ਼ਨ ਦੇ ਕੌਜ਼ ਨਹੀਂ ਕੰਸੀਡਰ ਕਰਦੇ. ਤਾਂ ਇਸ ਤਰ੍ਹਾਂ ਦੀ ਸਟੱਡੀ ਜਿਹਦੇ ਵਿੱਚ ਆਪਾਂ ਕਿਸੇ ਆਬਜੈਕਟ ਦੀ ਮੋਸ਼ਨ ਬਾਰੇ ਸਟੱਡੀ ਕਰਦੇ ਹਾਂ ਦਿਸ ਇਜ਼ ਨੋਨ ਐਜ਼ ਏ ਕੈਨੇਮੈਟਿਕਸ. ਨੈਕਸਟ ਡੈਫੀਨੇਸ਼ਨ ਹੈ ਇਹਦੇ ਵਿੱਚ ਰੈਸਟ ਕਿ ਕਿਸੇ ਵੀ ਬੋਡੀ ਨੂੰ ਆਪਾਂ ਰੈਸਟ ਦੇ ਵਿੱਚ ਕਦੋਂ ਕਵਾਂਗੇ ਕਿ ਜਦੋਂ ਉਹ ਆਪਣੀ ਪੋਜੀਸ਼ਨ ਆ ਜਿਹੜੀ ਉਹਦੀ ਸਰਾਊਂਡਿੰਗ ਦੇ ਅਕੋਰਡਿੰਗ ਆ ਜਿਹੜੀ ਚੇਂਜ ਨਹੀਂ ਕਰ ਰਹੀ. if a body does not change its position with time with respect to its surrounding then it is said to be in rest. for example ਆਪਣੇ ਕੋਲ ਕੀ ਆ ਕਿ ਤੁਸੀਂ ਸਪੋਜ਼ ਕਰ ਲਓ ਕਿ ਤੁਸੀਂ ਲੇਟੇ ਹੋਏ ਹੋ ਬੈੱਡ 'ਤੇ ਜਾਂ ਚੇਅਰ 'ਤੇ ਬੈਠੇ ਹੋਏ ਆ ਤਾਂ ਸਪੋਜ਼ ਕਰ ਲਓ ਕਿ ਉਹਦੇ ਨੀਅਰ ਜਿਹੜੀਆਂ ਵੀ ਆਬਜੈਕਟ ਪਿਆ ਕਲੋਕ ਪਿਆ ਬੁੱਕਸ ਪਈਆਂ ਵਾ ਟੇਬਲ ਪਿਆ ਵਾ ਐਂਡ ਲੈਂਪ ਇਹ ਸਾਰੇ ਆਬਜੈਕਟ ਆ ਜਿਹੜੇ ਕਿਹੜੀ ਪੋਜੀਸ਼ਨ ਦੇ ਮੀਨਸ ਇਹ ਟਾਈਮ ਦੇ ਨਾਲ ਆਪਣੀ ਪੋਜੀਸ਼ਨ ਨਹੀਂ ਚੇਂਜ ਕਰਦੇ ਤਾਂ ਇਹ ਕਿਹੜੀ ਪੋਜੀਸ਼ਨ ਦੇ ਵਿੱਚ ਆ ਰੈਸਟ ਪੋਜੀਸ਼ਨ ਦੇ ਪਿਆ. ਜੇ ਤੁਸੀਂ ਵੀ ਆਪਣੀ ਪੋਜੀਸ਼ਨ ਨਹੀਂ ਚੇਂਜ ਕਰ ਰਹੇ ਟਾਈਮ ਦੇ ਨਾਲ ਤਾਂ ਤੁਹਾਡੀ ਪੋਜੀਸ਼ਨ ਵੀ ਕੀ ਆ ਰੈਸਟ ਆ ਗਈ. ਤਾਂ ਅੱਗੇ ਨੈਕਸਟ ਡੈਫੀਨੇਸ਼ਨ ਆ ਗਈ ਮੋਸ਼ਨ ਦੀ. ਮੋਸ਼ਨ ਕੀ ਹੋਊਗਾ ਕਿ ਜੇ ਬੋਡੀ ਆਪਣੀ ਪੋਜੀਸ਼ਨ ਚੇਂਜ ਕਰ ਰਹੀ ਹੈ ਵਿਦ ਟਾਈਮ ਇਹ ਬੋਡੀ ਇਜ਼ ਸੈਡ ਟੂ ਬੀ ਇਨ ਮੋਸ਼ਨ ਇਫ ਇਟ ਇਜ਼ ਚੇਂਜ ਇਟਸ ਪੋਜੀਸ਼ਨ ਵਿਦ ਟਾਈਮ and motion is always related to the observer. means ਇਹਦੀ ਐਗਜ਼ਾਮਪਲ ਹੈਗੀ ਆਪਣੇ ਕੋਲ ਕਿ ਇੱਕ ਬੋਲ ਆ ਜਿਹੜੀ ਇਨਕਲਾਈਨਿੰਗ ਪਲੇਨ ਤੋਂ ਕੀ ਕਰ ਰਹੀ ਆ ਮੂਵ ਕਰ ਰਹੀ ਸਲਾਈਡ ਕਰ ਰਹੀ ਆ ਤਾਂ ਉਹ ਬੋਲ ਕਿਹੜੀ ਪੋਜੀਸ਼ਨ ਦੇ ਵਿੱਚ ਆ ਮੋਸ਼ਨ ਦੇ ਵਿੱਚ ਆ ਕਿਉਂਕਿ ਟਾਈਮ ਦੇ ਨਾਲ ਉਹਦੀ ਪੋਜੀਸ਼ਨ ਕੀ ਹੋ ਰਹੀ ਆ ਚੇਂਜ ਹੋ ਰਹੀ ਆ. ਸੈਕਿੰਡ ਐਗਜ਼ਾਮਪਲ ਆ ਕਿ ਕੋਈ ਵੀ ਪਰਸਨ ਕਾਰ ਦੇ ਵਿੱਚ ਟਰੈਵਲ ਕਰ ਰਿਹਾ ਮੂਵ ਕਰ ਰਿਹਾ ਵਾ ਤਾਂ ਉਹ ਕਾਹਦੇ ਵਿੱਚ ਮੋਸ਼ਨ ਦੇ ਵਿੱਚ ਆ ਬਟ ਉਹ ਕੀ ਆ ਆਲਵੇਜ਼ ਰਿਲੇਟਡ ਟੂ ਦੀ ਓਬਜ਼ਰਵਰ ਦੇ ਰਿਲੇਟਡ ਕਿਉਂ ਹੁੰਦੀ ਆ ਆਪਣੇ ਕੋਲ ਮੋਸ਼ਨ ਕਿ ਜਿਹੜਾ ਵੀ ਪਰਸਨ ਕਾਰ ਦੇ ਇਨਸਾਈਡ ਆ ਉਹਨੂੰ ਕੀ ਆ ਕਿ ਆਊਟਸਾਈਡ ਵਾਲੇ ਜਿਹੜੇ ਵੀ ਪਰਸਨ ਆ ਜਾਂ ਆਬਜੈਕਟ ਆ ਉਹ ਮੂਵ ਕਰਦੇ ਲੱਗ ਰਹੇ ਆ ਬਟ ਉਹ ਆਪਣੇ ਆਪ ਨੂੰ ਕੀ ਸਮਝਦਾ ਕੀ ਆ ਗਿਆ ਉਹ ਰੈਸਟ ਪੋਜੀਸ਼ਨ 'ਤੇ ਆ. ਬਟ ਜਿੰਨੇ ਵੀ ਪਰਸਨ ਆਊਟਸਾਈਡ ਆ ਉਹ ਕੀ ਉਹਨਾਂ ਨੂੰ ਕੀ ਲੱਗਦਾ ਕਿ ਕਾਰ ਆ ਜਿਹੜੀ ਮੂਵ ਕਰ ਰਹੀ ਆ ਮੋਸ਼ਨ ਦੇ ਵਿੱਚ ਆ ਅਤੇ ਬਟ ਜਿਹੜੇ ਸਰਾਊਂਡਿੰਗ ਦੇ ਜਿਹੜੇ ਆਬਜੈਕਟ ਆ ਮੀਨਸ ਆਊਟਸਾਈਡ ਪਰਸਨ ਜਿਹੜੇ ਵੀ ਹੈਗੇ ਉਹਨਾਂ ਨੂੰ ਕਾਰ ਮੂਵਿੰਗ ਕਰਦੀ ਦਿਖਾਈ ਰਹੀ ਹੈ ਬਟ ਜਿਹੜਾ ਕਾਰ ਦੇ ਵਿੱਚ ਪਰਸਨ ਬੈਠਾ ਉਹਨੂੰ ਕੀ ਫੀਲ ਹੋ ਰਿਹਾ ਕਿ ਸਰਾਊਂਡਿੰਗ ਦੇ ਵਿੱਚ ਜਿਹੜੇ ਟਰੀਜ਼ ਵੀ ਜਿਹੜੇ ਵੀ ਆਬਜੈਕਟ ਆ ਰਿਹਾ ਉਹ ਮੂਵ ਕਰ ਰਿਹਾ ਜਿਨ੍ਹਾਂ ਨੂੰ ਦੇਖਦਾ ਉਹ ਮੂਵ ਕਰਦੇ ਪਿਆ ਕਿ ਉਹ ਆਪਣੇ ਆਪ ਨੂੰ ਕੀ ਸਮਝਦਾ ਵਾ ਰੈਸਟ ਪੋਜੀਸ਼ਨ 'ਤੇ ਆ. ਤਾਂ ਜਿਹੜੀ ਵੀ ਮੋਸ਼ਨ ਆ ਉਹ ਕੀ ਹੁੰਦੀ ਆ ਹਮੇਸ਼ਾ ਰਿਲੇਟਡ ਹੁੰਦੀ ਆ ਕਿਹਦੇ ਨਾਲ ਓਬਜ਼ਰਵਰ ਦੇ ਨਾਲ ਰਿਲੇਟਡ ਹੁੰਦੀ ਆ ਮੋਸ਼ਨ. ਨੈਕਸਟ ਡੈਫੀਨੇਸ਼ਨ ਆਪਣੇ ਕੋਲ ਪੁਆਇੰਟ ਮਾਸ ਆਬਜੈਕਟ ਔਰ ਏ ਪਾਰਟੀਕਲ ਕਿ ਜੇ ਵੀ ਆਪਣੇ ਕੋਲ ਜਿਹੜਾ ਵੀ ਆਬਜੈਕਟ ਆ ਉਹਦਾ ਸਾਈਜ਼ ਕੀ ਆ ਵੈਰੀ ਸਮੋਲ ਆ ਐਜ਼ ਕੰਪੇਅਰ ਟੂ ਦੀ ਜਿੰਨੀ ਉਹਨੇ ਮੋਸ਼ਨ ਜਾਂ ਜਿੰਨਾ ਉਹਨੇ ਡਿਸਟੈਂਸ ਕਵਰ ਕੀਤਾ ਵਾ. if the size of a body is negligible in comparison to its range of motion then the body is said to be point mass object or a particle. ਇਹਦੀ ਐਗਜ਼ਾਮਪਲ ਕੀ ਆਪਣੇ ਕੋਲ ਕਿ ਤੁਸੀਂ ਆਪਣੇ ਹੈਂਡ ਦੇ ਨਾਲ ਕੋਈ ਬੋਲ ਲੈ ਕੇ ਉਹਨੂੰ ਥਰੋ ਕਰਦੇ ਜਾਂ ਲਾਰਜ ਡਿਸਟੈਂਸ ਮੂਵ ਕਰਦੀ ਆ ਤਾਂ ਉਹਦਾ ਡਿਸਟੈਂਸ ਆ ਜਾਂ ਜਿਹੜੀ ਉਹਦੀ ਮੋਸ਼ਨ ਆ ਉਹ ਕੀ ਆ ਉਹਦੇ ਸਾਈਜ਼ ਦੇ ਕੰਪੈਰੀਜ਼ਨ ਕੀ ਆ ਬਹੁਤ ਜ਼ਿਆਦਾ ਵਾ ਉਹਦਾ ਸਾਈਜ਼ ਮੋਸ਼ਨ ਦੇ ਕੰਪੈਰੀਜ਼ਨ ਕੀ ਆ ਨਗਲੀਜੀਬਲ ਆ. ਤਾਂ ਇਸ ਤਰ੍ਹਾਂ ਦੇ ਆਬਜੈਕਟ ਨੂੰ ਆਪਾਂ ਕੀ ਬੋਲਾਂਗੇ ਪੁਆਇੰਟ ਮਾਸ ਆਬਜੈਕਟ ਔਰ ਏ ਪਾਰਟੀਕਲ. ਨੈਕਸਟ ਡੈਫੀਨੇਸ਼ਨ ਆ rectilinear motion. rectilinear motion ਕੀ ਆ ਕਿ it is a motion in which a particle or a point mass body is move along a straight line.
कि जे कोई बॉडी है जी स्ट्रेट लाइन मूव करती है तो वो मोशन में आप की बोलेंगे रैक्टीलीनियर। फॉर एग्जाम्पल ये कार आ जी मूव कर रही है स्ट्रेट रोड पर तो यदी मोशन की होगी रैक्टीलीनियर मोशन। नैक्सट आ फ्रेम ऑफ रैफरेंस। फ्रेम ऑफ रैफरेंस की आ कि अपने देखने का नज़रिया की देखने का कि कोई ऑबजैक्ट आ जो मोशन दे विच आ जां रैस्ट दे विच आ तो ये लिए आप एक फ्रेम ऑफ रैफरेंस अज्यूम करना सपोज करना होंगे। सपोज कर लो कि ट्रेन मूव कर रही है तो ट्रेन मूव कर रही है जां रैस्ट ते आ ये लिए अपने को फ्रेम ऑफ रैफरेंस किदे कंपैरिजन अपन पता लग रहा ये लिए आप फ्रेम ऑफ रैफरेंस सपोज कर लें अर्थ नूं। और नैक्सट यदी एग्जाम्पल हैगी आ कि तुसी मूविंग ट्रेन दे इनसाइड हो तो तुसी अपने हैंड दे नाल की बॉल नूं थ्रो करदे हो तो बॉल दे लिए आप फ्रेम ऑफ रैफरेंस किनूं सपोज करते हैं ट्रेन नूं फ्रेम ऑफ रैफरेंस सपोज करते हैं फॉर बॉल। तो फ्रेम ऑफ रैफरेंस आप अपनी कन्वीनियंस के अकॉर्डिंग सपोज कर सकते हैं। फ्रेम ऑफ रैफरेंस के अकॉर्डिंग आप फाइंड आउट करते हैं ऑबजैक्ट की इमोशन। नैक्सट डेफिनेशन ऑफ फ्रेम ऑफ रैफरेंस फॉर किसी भी नॉर्मल ऑबजैक्ट के लिए आप फ्रेम ऑफ रैफरेंस किद्दां फाइंड आउट करते हैं मोशन किद्दां कंसीडर करते हैं। इट इज़ ए सिस्टम ऑफ 3 म्यूचुअली परपेंडिकुलर एक्सिस एक्स वाई एंड जेड एक्सिस अटैच टू एन ऑबजर्वर हैविंग ए क्लॉक विद हिम। तो वो नाल की आ एक्सिस के सेंटर ते की ऑबजर्वर आ की विद ए क्लॉक विद हिम मीनस क्लॉक आ जो अपने हैंड दे विच लैके किसी ऑबजैक्ट की फाइंड आउट करता पोजीशन डिसप्लेसमेंट एंड एक्सेलरेशन विद रिस्पैक्ट टू विच द ऑबजर्वर कैन डिस्क्राइब द पोजीशन डिसप्लेसमेंट एंड एक्सेलरेशन ऑफ ए मूविंग ऑबजैक्ट। तो अपने को 3 एक्सिस आ एक्स एक्सिस वाई एक्सिस एंड जैड एक्सिस एंड जिथे इंटरसैक्ट करती है वो पॉइंट आप की सपोज कर लें ओरिजन ओ पॉइंट। ओरिजन की है दी पॉइंट ऑफ इंटरसेक्शन ऑफ 3 एक्सिस इज कॉल्ड ओरिजन विच सर्व एज ए रेफरेंस पॉइंट और दी पोजीशन ऑफ द ऑबजर्वर। तो पोजीशन ऑफ द ऑबजर्वर किहड़े पॉइंट ते होगी ओरिजन पॉइंट ते जिथों आप मोशन आ जी ऑबजैक्ट की करते पे फाइंड आउट करते पे। नैक्सट अपने को 3 टाइप्स दी मोशन अपने को कि 1 डिमेंशन मोशन 2 डिमेंशन मोशन एंड 3 डिमेंशन मोशन। 1 डिमेंशन मोशन की होगी कि जेकर आपां नूं बॉडी की मोशन ग्राफिकली जां मोशन नूं डिस्क्राइब करने लिए ओनली एक एक्सिस की जरूरत पैंदी आ। इफ ओनली 1 कोआर्डीनेट चेंज विद टाइम दैन इट इज़ कॉल्ड 1 डिमेंशनल मोशन। इफ दा जिहड़ा एक कोआर्डीनेट आ जिहड़ा टाइम के अकॉर्डिंग चेंज हो रहा वा तो उहदी मोशन नूं की बोलांगे 1 डिमेंशनल मोशन। फॉर एग्जाम्पल की है एक कार आ जिहड़ी मूव कर रही है स्ट्रेट रोड ते तो स्ट्रेट रोड ते ओनली 1 एक्सिस के उपर मूव करती पई आ एक्स एक्सिस से सपोज कर लो जब बॉल आ थ्रो की अपर डायरैक्शन दे विच तां की आ एक सेम लाइन दे विच एक सेम एक्सिस दे विच मूव की आ तो इस तरह की मोशन की बोलांगे 1 डिमेंशनल मोशन। एग्जाम्पल है की आ कि मोशन ऑफ कार ऑन ए स्ट्रेट रोड और मोशन ऑफ फ्रीली फॉलिंग बॉडी। तो ये एग्जाम्पल्स आ गई 1 डिमेंशनल मोशनस दियां। सेकेंड मोशन इज 2 डिमेंशनल मोशन। 2 डिमेंशनल मोशन किया इफ ओनली 2 कोआर्डीनेट्स चेंज विद टाइम दैन इट इज़ कॉल्ड 2 डिमेंशनल मोशन। कि जे आपां नूं ओनली 2 कोआर्डीनेट चाहिए किसी ऑबजैक्ट या किसी बॉडी की मोशन स्पैसीफाई करने लई स्पेस दे विच तो उस तरह की मोशन की बोलांगे 2 डिमेंशनल मोशन। फॉर एग्जाम्पल आ कि कोई भी इंस्टैक्ट आ जिहड़ा फ्लोर के उपर मूव कर रहा वा प्लेन दे विच मूव कर रहा वा जां एक कोई भी कार आ जिहड़ी सर्कुलर टर्न लै रही आ सर्कुलर रोड के उपर मूव कर रही है भी प्लेन दे विच मूव कर रही है। तो एग्जाम्पल्स यदि की आ गया एन इंस्टैक्ट मूविंग ओवर द फ्लोर एंड मोशन ऑफ ए कार ऑन ए सर्कुलर टर्न। तो ग्राफिकली आपां की 2 एक्सिस लवांगे दी मोशन नूं डिस्क्राइब करने लिए एक्स एक्सिस एंड वाई एंड पी की ऑबजैक्ट की पोजीशन आ पी। नैक्सट है 3 डिमेंशनल मोशन। 3 डिमेंशनल मोशन दे विच की आ इफ ऑल 3 कोआर्डीनेट्स चेंज विद टाइम दैन इट इज़ कॉल्ड 3 डिमेंशनल मोशन। कि जे आपां नूं किसी बॉडी की पोजीशन स्पेस दे विच स्पैसीफाई करने लिए आपां नूं 3 एक्सिस ही चाहिए वा कि तो इस तरह की मोशन की बोलांगे 3 डिमेंशनल मोशन। फॉर एग्जाम्पल ए फ्लाइंग बर्ड
ਆਪਣੇ ਅਕੋਰਡਿੰਗ ਉਹ ਕਿਸੇ ਵੀ ਡਾਇਰੈਕਸ਼ਨ ਦੇ ਵਿੱਚ ਮੂਵ ਕਰ ਰਿਹਾ ਰੈਂਡਮਲੀ, ਜਾਂ ਰੈਂਡਮ ਮੋਸ਼ਨ ਆਫ ਗੈਸ ਦੇ ਮੋਲੀਕਿਊਲਸ ਕਿਸੇ ਰੂਮ ਦੇ ਵਿੱਚ ਕੀ ਆ ਆਪਣੇ ਅਕੋਰਡਿੰਗ ਆ ਜਿਹੜੇ ਰੈਂਡਮਲੀ ਮੂਵ ਕਰਦੇ ਆ। ਤਾਂ ਇਹ ਕਿਹਦੀਆਂ ਐਗਜ਼ਾਮਪਲ ਆ 3 ਡਾਇਮੈਂਸ਼ਨ ਮੋਸ਼ਨ ਦੀਆਂ, ਕਿ ਜਦੋਂ ਆਬਜੈਕਟ ਆ ਜਿਹੜਾ ਉਹਦੀ ਪੋਜੀਸ਼ਨ ਡਿਸਕ੍ਰਾਈਬ ਕਰਦੇ ਆ ਆਪਾਂ ਸਪੇਸ ਦੇ ਵਿੱਚ, ਤਾਂ ਆਪਾਂ ਨੂੰ ਕੋਲ ਕੀ ਆ ਤਿੰਨੇ ਹੀ ਕੋਆਰਡੀਨੇਟਸ ਵਿਦ ਟਾਈਮ ਕੀ ਹੋ ਰਿਹਾ ਚੇਂਜ ਹੋ ਰਿਹਾ। ਤਾਂ ਇਹਦਾ ਗ੍ਰਾਫਿਕਲੀ ਕੀ ਆ x ਐਕਸਿਸ y ਐਕਸਿਸ ਐਂਡ z ਐਕਸਿਸ ਤਿੰਨੇ ਐਕਸਿਸ ਆਊਗੀ ਆ, ਐਂਡ p ਕੀ ਆ ਪੋਜੀਸ਼ਨ ਹੈਗੀ ਆ ਓਬਜ਼ਰਵਰ ਦੀ। 1 ਡਾਇਮੈਂਸ਼ਨ ਮੋਸ਼ਨ ਦੇ ਵਿੱਚ ਕੀ ਸੀਗਾ ਕਿ ਜੇ ਓਨਲੀ 1 ਕੋਆਰਡੀਨੇਟ ਆ ਜਿਹੜਾ ਚੇਂਜ ਹੋ ਰਿਹਾ ਵਿਦ ਟਾਈਮ, ਤਾਂ ਆਪਣੇ ਕੋਲ ਕੀ ਸੀ ਉਹ 1 ਡਾਇਮੈਂਸ਼ਨ ਮੋਸ਼ਨ। 2 ਦੇ ਵਿੱਚ ਕੀ ਸੀਗਾ 2 ਕੋਆਰਡੀਨੇਟ ਚੇਂਜ ਹੋ ਰਹੇ ਸੀ ਵਿਦ ਟਾਈਮ, ਐਂਡ 3 ਡਾਇਮੈਂਸ਼ਨਸ ਕੀ ਹੈ ਇਫ ਆਲ ਦੀ 3 ਕੋਆਰਡੀਨੇਟ ਚੇਂਜ ਵਿਦ ਟਾਈਮ ਦੈਨ ਇਟਸ ਮੋਸ਼ਨ ਇਜ਼ ਕਾਲਡ 3 ਡਾਇਮੈਂਸ਼ਨਲ ਮੋਸ਼ਨ। ਐਂਡ ਅਦਰ ਡੈਫੀਨੇਸ਼ਨ 'ਚ ਆਪਾਂ ਕੀ ਕੀਤਾ ਸੀਗਾ ਰੈਸਟ ਦੇ ਵਿੱਚ ਕੀ ਹੈ ਜੇ ਬੋਡੀ ਆਪਣੀ ਪੋਜੀਸ਼ਨ ਚੇਂਜ ਨਹੀਂ ਕਰ ਰਹੀ ਵਿਦ ਰਿਸਪੈਕਟ ਟੂ ਇਟਸ ਸਰਾਊਂਡਿੰਗ, ਤਾਂ ਉਹ ਰੈਸਟ ਦਾ ਦੇ ਆਪਣੀ ਪੋਜੀਸ਼ਨ ਚੇਂਜ ਕਰ ਰਹੀ ਹੈ ਵਿਦ ਰਿਸਪੈਕਟ ਟੂ ਸਰਾਊਂਡਿੰਗ, ਤਾਂ ਉਹ ਕੀ ਹੋਊਗੀ ਮੋਸ਼ਨ ਦੇ ਵਿੱਚ ਸੀ। ਰੈਕਟੀਲੀਨੀਅਰ ਮੋਸ਼ਨਸ ਕੀ ਸੀਗੇ ਕਿ ਜਿਹਦੇ ਵਿੱਚ ਕੀ ਹੈ ਬੋਡੀ ਜਦੋਂ ਸਟੇਲ ਲਾਈਨ ਮੂਵ ਕਰਦੀ ਆ ਤਾਂ ਉਹਦੀ ਮੋਸ਼ਨ ਨੂੰ ਕੀ ਬੋਲਦੇ ਆਪਾਂ ਰੈਕਟੀਲੀਨੀਅਰ ਮੋਸ਼ਨ। ਕੈਨੇਮੈਟਿਕਸ ਕੀ ਸੀਗਾ ਕਿ ਜਿਹਦੇ ਵਿੱਚ ਕੀ ਹੁੰਦਾ ਆਪਣੇ ਕੋਲ ਕਿ ਆਪਾਂ ਕਿਸੇ ਬੋਡੀ ਦੀ ਮੋਸ਼ਨ ਬਾਰੇ ਸਟੱਡੀ ਕਰਦੇ ਹਾਂ ਵਿਦਆਊਟ ਟੇਕਿੰਗ ਅਕਾਊਂਟ ਦੀ ਕਾਜ਼ ਆਫ ਦੇਅਰ ਮੋਸ਼ਨ। ਉਹਦੀ ਮੋਸ਼ਨ ਦੇ ਕਾਜ਼ ਨਹੀਂ ਆਪਾਂ ਕੰਸੀਡਰ ਕਰਦੇ, ਬੋਡੀ ਦੀ ਮੋਸ਼ਨ ਬਾਰੇ ਕੰਸੀਡਰ ਕਰਦੇ ਹਾਂ, ਉਹਨੂੰ ਕੀ ਬੋਲਦੇ ਆ ਕੈਨੇਮੈਟਿਕ।